ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਾਂਗੇ ਸਾਹਿਤਿਕ ਕਿਰਨਾਂ ਭਾਗ ਪਹਿਲਾ ਵਿੱਚ ਦਰਜ ਪਾਠ ਪੰਜਾਬੀ ਵਿਰਸਾ। ਇਹਦੇ ਵਿੱਚ ਆਪਾਂ ਜੋ ਪੰਜਾਬੀ ਵਿਰਸਾ ਉਹਦੇ ਬਾਰੇ ਪੜ੍ਹਾਂਗੇ। ਵਿਰਸੇ ਤੋਂ ਕੀ ਭਾਵ ਹੈ? ਵਿਰਸਾ ਉਹ ਹੁੰਦਾ ਜੋ ਸਾਨੂੰ ਸਾਡੇ ਬਜ਼ੁਰਗਾਂ ਤੋਂ ਪੀੜ੍ਹੀ ਦਰ ਪੀੜ੍ਹੀ ਜੋ ਚੀਜ਼ਾਂ ਮਿਲੀਆਂ ਹਨ ਉਸ ਨੂੰ ਵਿਰਸਾ ਬੋਲਦੇ ਹਨ। ਤਾਂ ਇਸ ਪਾਠ ਦੇ ਵਿੱਚ ਅਸੀਂ ਜੋ ਵਿਰਸੇ ਦੀਆਂ ਚੀਜ਼ਾਂ ਨੇ ਜੋ ਅੱਜ ਕੱਲ੍ਹ ਲਗਭਗ ਅਲੋਪ ਹੁੰਦੀਆਂ ਜਾ ਰਹੀਆਂ ਹਨ, ਜਿਵੇਂ ਕਿ ਸਰੋਂ ਦਾ ਸਾਗ ਹੋ ਗਿਆ। ਅੱਜ ਕੱਲ੍ਹ ਬਣਦਾ ਤਾਂ ਹੈਗਾ ਲੇਕਿਨ ਉਸ ਤਰੀਕੇ ਨਾਲ ਨਹੀਂ ਬਣਦਾ ਜਿਸ ਤਰੀਕੇ ਨਾਲ ਸਾਡੇ ਪਹਿਲਾਂ ਵਾਲੇ ਜ਼ਮਾਨੇ ਦੇ ਵਿੱਚ ਬਣਾਇਆ ਜਾਂਦਾ ਸੀ। ਇੱਕ ਦਰਖਤ ਬਾਰੇ ਗੱਲ ਕਰਾਂਗੇ ਜੋ ਕਿ ਜੰਡ ਹੈ, ਜੰਡ ਨਾਮ ਦੇ ਦਰਖਤ ਬਾਰੇ ਗੱਲ ਕਰਾਂਗੇ। ਅਤੇ ਇੱਕ ਗਹਿਣੇ ਬਾਰੇ ਗੱਲ ਕਰਾਂਗੇ ਜਿਹਦਾ ਨਾਮ ਹੈ ਸੱਗੀ ਫੁੱਲ। ਔਰ ਇਹਨਾਂ ਵਿਰਸੇ ਦੀਆਂ ਚੀਜ਼ਾਂ ਇਹਨਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਜੋ ਲੇਖਕ ਨੇ ਉਹਨਾਂ ਬਾਰੇ ਪੜ੍ਹਾਂਗੇ। ਲੇਖਕ ਦਾ ਨਾਮ ਹੈ ਹਰਕੇਸ਼ ਸਿੰਘ ਕਹਿਲ। ਅਤੇ ਜੋ ਲੇਖਕ ਨੇ ਲੇਖਕ ਦੀ ਸ਼ਖਸੀਅਤ ਅਤੇ ਰਚਨਾ ਬਾਰੇ ਪੜ੍ਹਾਂਗੇ। ਇਹਨਾਂ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੰਦੌੜ ਵਿੱਚ ਹੋਇਆ। ਆਪ ਬਤੌਰ PCS ਅਧਿਕਾਰੀ ਸੇਵਾ ਮੁਕਤ ਹੋਏ। ਆਪ ਦੀਆਂ ਜੋ ਪ੍ਰਸਿੱਧ ਰਚਨਾਵਾਂ ਸਨ ਉਹ ਸਨ ਲੋਕ ਗੀਤ ਵਿੱਚ ਪੰਜਾਬੀ ਜੀਵਨ, ਪੰਜਾਬੀ ਲੋਕ ਵਿਰਸਾ, ਅਲੋਪ ਹੋ ਰਹੇ ਰਸਮ ਰਿਵਾਜ਼, ਮੇਰੇ ਪਿੰਡ ਦੀ ਬਦਲਦੀ ਨੁਹਾਰ, ਘੁੱਗੀ ਮਾਰ ਅਫਸਰ ਆਦਿ ਇਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਹਨ। ਤਾਂ ਹੁਣ ਅਸੀਂ ਪੜ੍ਹਦੇ ਹਾਂ ਜੋ ਇਹਨਾਂ ਨੇ ਸਾਡੀ 9ਵੀਂ ਜਮਾਤ ਦੇ ਵਿੱਚ ਸਾਨੂੰ ਲੇਖ ਦਿੱਤਾ ਹੈ ਪੰਜਾਬੀ ਵਿਰਸਾ। ਉਹਦੇ ਵਿੱਚ ਪੜ੍ਹਾਂਗੇ। ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਸਾਗ, ਸਰੋਂ ਦਾ ਸਾਗ। ਜੋ ਸਰੋਂ ਦਾ ਸਾਗ ਹੈ ਉਹ ਕੀ ਅੱਜ ਕੱਲ੍ਹ ਵੀ ਬਣਾਇਆ ਜਾਂਦਾ ਹੈ, ਪਰ ਪਹਿਲਾਂ ਵਾਲੀ ਉਹਦੀ ਚੜ੍ਹਤ ਨਹੀਂ ਰਹੀ ਵੀ ਜਿਵੇਂ ਪਹਿਲਾਂ ਬਣਾਇਆ ਜਾਂਦਾ ਸੀ। ਤੁਸੀਂ ਦੇਖ ਸਕਦੇ ਹੋ ਪਿਕਚਰ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਨਾ ਵੀ ਕਿਸ ਤਰੀਕੇ ਨਾਲ ਉਹਨੂੰ ਕੱਟਿਆ ਜਾ ਰਿਹਾ ਹੈ। ਇਹ ਸਰੋਂ ਦਾ ਸਾਗ ਹੈ। ਸਰੋਂ ਦੇ ਹਰੇ ਪੱਤਿਆਂ ਨੂੰ, ਗੰਦਲਾਂ ਨੂੰ ਛਿੱਲ ਸਵਾਰ ਕੇ ਪਕਾ ਕੇ ਖਾਧਾ ਜਾਂਦਾ ਹੈ। ਗੰਦਲਾਂ ਕਿਸ ਨੂੰ ਕਹਿ ਰਹੇ ਹਨ? ਜੋ ਕੱਟ ਰਿਹਾ ਨਾ, ਜੋ ਕਟਿੰਗ ਹੋ ਰਹੀ ਜਿਸ ਚੀਜ਼ ਦੀ ਉਹਨੂੰ ਗੰਦਲਾਂ ਕਹਿ ਰਹੇ ਆ। ਵੀ ਸਰੋਂ ਦੀ ਜਿਹੜੀ ਡੰਡੀ ਹੁੰਦੀ ਹੈ ਨਾ, ਡੰਡੀ ਨੂੰ ਗੰਦਲ ਬੋਲਿਆ ਜਾਂਦਾ ਹੈ। ਸਰੋਂ ਦਾ ਸਾਗ ਪੰਜਾਬੀਆਂ ਦਾ ਇੱਕ ਮਨ ਭਾਉਂਦਾ ਖਾਣਾ ਹੈ ਜੋ ਸਬਜ਼ੀ ਵਾਂਗ ਰਿੰਨ ਕੇ ਖਾਧਾ ਜਾਂਦਾ ਹੈ। ਸਰੋਂ ਦਾ ਜੋ ਸਾਗ ਹੈ ਜਦੋਂ ਗੰਦਲਾਂ ਨਿਕਲ ਆਉਂਦੀਆਂ ਨਾ ਤਾਂ ਸਾਗ ਬਣਾਇਆ ਜਾਂਦਾ ਹੈ। ਇਸ ਸਾਗ ਨੂੰ ਚੰਗੀ ਤਰ੍ਹਾਂ ਧੋ ਕੇ, ਸਵਾਰ ਕੇ, ਛਿੱਲ ਕੇ, ਚੀਰਨੀ ਦੇ ਨਾਲ ਜਿਹੜੀ ਦਾਤੀ ਹੈ, ਜਿਵੇਂ ਪਿਕਚਰ ਵਿੱਚ ਦਿਖਾਇਆ ਗਿਆ ਨਾ ਜਿਸ ਦੇ ਨਾਲ ਉਹ ਕੱਟ ਰਹੇ ਉਹਨੂੰ ਦਾਤੀ ਵੀ ਕਹਿ ਦਿੱਤਾ ਜਾਂਦਾ, ਦਾਤ ਵੀ ਕਹਿ ਦਿੱਤਾ ਜਾਂਦਾ। ਅਤੇ ਇਸ ਦਾ ਸਵਾਦ ਨੂੰ ਸਵਾਦਿਸ਼ਟ ਬਣਾਉਣ ਲਈ ਇਹਦੇ ਵਿੱਚ ਪਾਲਕ ਅਤੇ ਬਾਥੂ ਪਾਇਆ ਜਾਂਦਾ ਹੈ। ਜ਼ਿਆਦਾਤਰ ਤਾਂ ਇਸ ਨੂੰ ਤੌੜੀ ਕੀ ਹੁੰਦਾ, ਜਿਵੇਂ ਘੜਾ ਹੁੰਦਾ ਨਾ, ਘੜਾ ਪਾਣੀ ਵਾਲਾ, ਉਹ ਮਿੱਟੀ ਦਾ ਬਣਿਆ ਹੁੰਦਾ। ਇਸੇ ਤਰੀਕੇ ਨਾਲ ਨਾ ਇੱਕ ਤੌੜੀ ਹੁੰਦੀ ਹੈ, ਤੌੜੀ ਸਬਜ਼ੀ ਬਣਾਉਣ ਵਾਲੀ ਹੁੰਦੀ ਹੈ, ਮਿੱਟੀ ਦਾ ਭਾਂਡਾ, ਉਸਨੂੰ ਤੌੜੀ ਬੋਲ ਦਿੱਤਾ ਜਾਂਦਾ। ਅਤੇ ਮੱਠੇ ਸੇਕ 'ਤੇ, ਮੱਠੇ ਦਾ ਮਤਲਬ ਹੁੰਦਾ ਬਿਲਕੁਲ ਹੌਲੀ ਹੌਲੀ ਅੱਗ 'ਤੇ, ਬਿਲਕੁਲ ਹੌਲੀ ਹੌਲੀ ਅੱਗ 'ਤੇ ਇਸ ਨੂੰ ਲੱਕੜਾਂ ਨਾਲ, ਚੁੱਲ੍ਹੇ ਦੇ ਵਿੱਚ, ਜਿਹੜਾ ਚੁੱਲ੍ਹੇ ਮਿੱਟੀ ਦੇ ਬਣਾਏ ਜਾਂਦੇ ਉਹਦੇ ਵਿੱਚ ਲੱਕੜਾਂ ਪਾ ਕੇ, ਪਾਥੀਆਂ ਪਾ ਕੇ, ਗੁੱਲਾਂ ਕੀ ਹੁੰਦੀਆਂ ਨੇ, ਲੱਕੜੀ ਦੇ ਛੋਟੇ ਟੁਕੜੇ ਪਾ ਕੇ ਮਤਲਬ ਅੱਗ ਬਾਲੀ ਜਾਂਦੀ ਹੈ। ਅਤੇ ਜਿਹੜਾ ਇਹ ਕੱਟਿਆ ਹੋਇਆ ਸਾਗ ਹੈ ਉਸਨੂੰ ਮੱਠੀ ਅੱਗ ਦੇ ਉੱਤੇ ਰਿੰਨ੍ਹਿਆ ਜਾਂਦਾ ਹੈ। ਫਿਰ ਇਹਦੇ ਵਿੱਚ ਸਾਬਤੀਆਂ ਮਿਰਚਾਂ ਪਾ ਦਿੱਤੀਆਂ ਜਾਂਦੀਆਂ ਹਨ, ਉਹ ਇਸ ਦੇ ਸਵਾਦ ਨੂੰ ਦੁੱਗਣਾ ਕਰਦੀਆਂ ਹਨ। ਅਤੇ ਕਈ ਘੰਟੇ ਮਤਲਬ ਕਿ ਪਹਿਲਾਂ ਜਨਾਨੀਆਂ ਕੀ ਕਰਦੀਆਂ ਸੀ, ਸਵੇਰੇ ਹੀ ਧਰ ਦਿੰਦੀਆਂ ਸੀ ਤੌੜੀ ਵਿੱਚ ਪਾ ਕੇ, ਅਤੇ ਮੱਠੀ ਅੱਗ ਦੇ ਉੱਤੇ ਇਹ ਰਿੱਝਦਾ ਰਹਿੰਦਾ ਸੀ। ਰਿੱਝਦਾ ਮਤਲਬ ਪੱਕਦਾ ਰਹਿੰਦਾ ਸੀ। ਅਤੇ ਫਿਰ ਜਦੋਂ ਇਹ ਥੋੜ੍ਹਾ ਜਿਹਾ ਰਿੱਝ ਜਾਂਦਾ ਸੀ ਤਾਂ ਇਹਦੇ ਵਿੱਚ ਮੱਕੀ ਦਾ ਆਲਣ ਪਾ ਦਿੰਦੇ ਆ। ਮੱਕੀ ਜਿਸ ਤਰੀਕੇ ਨਾਲ ਆਪਣਾ ਕਣਕ ਦਾ ਆਟਾ ਹੁੰਦਾ ਉਸੇ ਤਰੀਕੇ ਨਾਲ ਮੱਕੀ ਦਾ ਵੀ ਇੱਕ ਆਟਾ ਹੁੰਦਾ ਜਿਹੜਾ ਸੁੱਕਾ ਧੂੜਾ ਜਿਹਨੂੰ ਬੋਲ ਦਿੱਤਾ ਜਾਂਦਾ, ਉਹ ਪਾ ਕੇ ਇਹਨੂੰ ਘੋਟ ਦਿੱਤਾ ਜਾਂਦਾ, ਚੰਗੀ ਤਰ੍ਹਾਂ ਘੋਟ ਕੇ ਮਲਾਈ ਵਰਗਾ ਕਰ ਦਿੱਤਾ ਜਾਂਦਾ ਹੈ। ਮੱਖਣ ਪਾ ਕੇ ਪਰੋਸ ਕੇ ਜਿਹੜਾ ਸਾਗ ਹੈ ਨਾ ਇਸ ਨੂੰ ਮੱਕੀ ਦੀਆਂ ਰੋਟੀਆਂ ਦੇ ਨਾਲ ਖਾਧਾ ਜਾਂਦਾ ਹੈ। ਜਿਵੇਂ ਮੱਖਣ ਪਾ ਕੇ ਸਾਗ ਦੇ ਵਿੱਚ, ਫਿਰ ਕਈ ਲੋਕ ਇਹਨਾਂ ਨੂੰ ਕੀ ਕਰਦੇ ਆ, ਕਈ ਦਿਨ ਤੜਕਾ ਲਗਾ ਕੇ ਖਾਂਦੇ ਹਨ। ਅਤੇ ਅੱਜ ਕੱਲ੍ਹ ਕੀ ਹੁੰਦਾ ਹੈਗਾ, ਅੱਜ ਕੱਲ੍ਹ ਬਾਥੂ ਨਾ ਮਿਲਣ ਕਰਕੇ ਇਸ ਵਿੱਚ ਜ਼ਿਆਦਾਤਰ ਪਾਲਕ ਅਤੇ ਮੇਥੀ ਪਾ ਲਈ ਜਾਂਦੀ ਹੈ। ਅੱਜ ਕੱਲ੍ਹ ਕਾਹਲ ਦੀ ਜ਼ਿੰਦਗੀ ਆ ਵੀ ਜੋ ਲੇਡੀਜ਼ ਨੇ ਉਹਨਾਂ ਕੋਲ ਟਾਈਮ ਨਹੀਂ ਹੈਗਾ, ਜਾਂ ਫਿਰ ਸ਼ਹਿਰ ਦੀਆਂ ਜਿਹੜੀਆਂ ਲੇਡੀਜ਼ ਨੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਕਿ ਉਹ ਇੰਨਾ ਟਾਈਮ ਲਗਾ ਕੇ ਇਹਨਾਂ ਨੂੰ ਛਿੱਲਣ ਅਤੇ ਛਿੱਲ ਕੇ ਮੱਠੀ ਅੱਗ 'ਤੇ ਬਣਾਉਣ ਦੀ ਬਜਾਏ ਅੱਜ ਕੱਲ੍ਹ ਕੁੱਕਰਾਂ ਉੱਤੇ ਸੀਟੀ ਲਗਾ ਦਿੱਤੀ ਜਾਂਦੀ ਹੈ, ਜਾਂ ਫਿਰ ਰੇਡੀਮੇਡ ਬਾਜ਼ਾਰ ਦੇ ਵਿੱਚੋਂ ਮਿਲਦਾ ਰਹਿੰਦਾ ਇਹ ਵਾਲਾ ਸਾਗ। ਪਰ ਜਿਹੜੀ ਪਹਿਲਾਂ ਵਾਲੀ ਚੜ੍ਹਤ ਸੀ ਉਹ ਸਾਗ ਦੀ ਨਹੀਂ ਰਹੀ, ਕਿਉਂਕਿ ਪਹਿਲਾਂ ਮਿੱਟੀ ਦੇ ਭਾਂਡੇ 'ਚ ਬਣਾਇਆ ਜਾਂਦਾ ਸੀ ਅਤੇ ਹੌਲੀ ਹੌਲੀ ਸਾਰਾ ਦਿਨ ਰਿੱਝਦਾ ਸੀ ਮਿੱਟੀ ਦੇ ਭਾਂਡੇ ਦੇ ਵਿੱਚ, ਮੱਠੀ ਅੱਗ 'ਤੇ ਬਣਦਾ ਸੀ, ਬਹੁਤ ਸਵਾਦਿਸ਼ਟ ਸੀ। ਭਾਵੇਂ ਅੱਜ ਵੀ ਸਾਗ ਬਣਾਇਆ ਜਾਂਦਾ ਪਰ ਪਹਿਲਾਂ ਵਾਲੀ ਇਹਦੀ ਚੜ੍ਹਤ ਨਹੀਂ ਰਹੀ, ਕਿਉਂਕਿ ਅੱਜ ਕੱਲ੍ਹ ਲੇਡੀਜ਼ ਦੇ ਕੋਲ ਟਾਈਮ ਨਹੀਂ ਹੈਗਾ। ਉਹ ਕੀ ਕਰਦੀਆਂ ਨੇ, ਕੁੱਕਰ ਉੱਪਰ ਹੀ ਸੀਟੀ ਲਗਾ ਦਿੰਦੀਆਂ ਹਨ। ਤਾਂ ਸੋ
ਅਗਲਾ ਟੌਪਿਕ ਇਹਦੇ ਵਿੱਚ ਦਿੱਤਾ ਹੋਇਆ ਜੰਡ। ਹੁਣ ਜੰਡ ਇੱਕ ਦਰਖਤ ਦਾ ਨਾਮ ਹੈ, ਜਿਵੇਂ ਤੁਹਾਨੂੰ ਪਿਕਚਰ ਵਿੱਚ ਦਿੱਤਾ ਗਿਆ ਹੈ। ਇਹ ਰੇਤਲੀਆਂ ਅਤੇ ਖੁਸ਼ਕ ਜ਼ਮੀਨ ਵਿੱਚ ਹੁੰਦਾ, ਜਿੱਥੇ ਕੁਛ ਹੋਰ ਪੇੜ ਪੌਦੇ ਨਹੀਂ ਹੁੰਦੇ ਅਤੇ ਜੰਡ ਜਿਹੜਾ ਹੁੰਦਾ ਹੈ। ਪਹਿਲੇ ਸਮਿਆਂ ਦੇ ਵਿੱਚ ਜਿਹੜਾ ਜੰਡ ਇਹ ਆਮ ਹੀ ਰੁੱਖ ਮਿਲਦਾ ਸੀਗਾ, ਕਿਉਂਕਿ ਉਦੋਂ ਜਿਹੜੇ ਲੋਕ ਸੀ ਜ਼ਿਆਦਾ ਮਿੱਟੀ ਨਾ ਉਪਜਾਊ ਹੋਣ ਕਰਕੇ ਥਾਂ ਥਾਂ 'ਤੇ ਉੱਗਦਾ ਸੀ। ਹੁਣ ਤਾਂ ਬਹੁਤ ਸਾਰੀ ਅੱਛੀ ਟੈਕਨੀਕਸ ਆ ਚੁੱਕੀ, ਜਿਹਦੇ ਕਰਕੇ ਖੇਤੀ ਲਗਭਗ ਜਿਹੜੀ ਜ਼ਮੀਨ ਹੈ ਉਪਜਾਊ ਬਣ ਚੁੱਕੀ ਆ। ਇਸ ਨੂੰ ਜਿਹੜੇ ਫੁੱਲ ਪੈਂਦੇ ਹਨ, ਅਪ੍ਰੈਲ ਜਿਹੜੇ ਫੁੱਲ ਲੱਗਦੇ ਆ ਉਹ ਅਪ੍ਰੈਲ ਮਈ ਦੇ ਮਹੀਨੇ ਵਿੱਚ ਲੱਗਦੇ ਹਨ। ਜਿਹੜੀਆਂ ਫਲੀਆਂ ਨੇ ਉਹ ਜੂਨ ਦੇ ਮਹੀਨੇ ਵਿੱਚ ਲੱਗਦੀਆਂ ਹਨ। ਜਿਹੜੀ ਕੱਚੀਆਂ ਫਲੀਆਂ ਨੂੰ ਨਾ ਛੋਟੀਆਂ ਛੋਟੀਆਂ ਕੱਟ ਕੇ ਲੱਸੀ ਅਤੇ ਪਨੀਰ ਵਿੱਚ ਪਾ ਕੇ ਲੋਕ ਖਾਂਦੇ ਸੀਗੇ। ਫਲੀਆਂ ਨੂੰ ਸੁਕਾ ਕੇ ਉਬਾਲ ਕੇ ਵੀ ਖਾਧਾ ਜਾਂਦਾ ਹੈ। ਹੁਣ ਇਸ ਜਿਹੜਾ ਜੰਡ ਹੈ ਇਹਦੇ ਉੱਤੇ ਕਈ ਤਰ੍ਹਾਂ ਦੇ ਵਿਸ਼ਵਾਸ ਜੁੜੇ ਹੋਏ ਹਨ। ਪਹਿਲੇ ਸਮੇਂ ਵਿੱਚ ਨਾ ਕਈ ਜਾਤਾਂ ਵਿੱਚ ਜੰਡੀ ਕੱਟਣ ਦਾ ਰਿਵਾਜ਼ ਹੁੰਦਾ ਸੀ। ਜੰਡੀ ਕੱਟਣ ਦੀ ਰਸਮ ਹੁੰਦੀ ਸੀ ਜਦੋਂ ਬਰਾਤ ਚੜ੍ਹਦੇ ਸੀ, ਅਤੇ ਜਿਹੜਾ ਲਾੜਾ ਸੀ ਨਾ ਉਹਦੇ 7 ਗੇੜੇ ਲਗਾ ਕੇ ਜੰਡੀ ਕੱਟਦਾ ਸੀ। ਕਈ ਹਿੰਦੂ ਬੱਚਿਆਂ ਦੇ ਮੁੰਡਣ ਸਮੇਂ ਵੀ ਜੰਡ ਜਾਂ ਜੰਡੀ ਕੱਟਣ ਦਾ ਰਿਵਾਜ਼ ਸੀ, ਜਾਂ ਹੁਣ ਵੀ ਰਿਵਾਜ਼ ਹੈਗਾ। ਹੋਰ ਵੀ ਕਈ ਹਿੰਦੂ ਰਸਮਾਂ ਵਿੱਚ ਜੰਡ ਨਾਲ ਜੁੜੀਆਂ ਹੋਈਆਂ ਹਨ। ਬ੍ਰਾਹਮਣ, ਖੱਤਰੀ ਅਤੇ ਬਿਸ਼ਨੋਈ ਜਾਤੀ ਜੰਡ ਦੀ ਪੂਜਾ ਕਰਦੇ ਹਨ। ਇਸ ਤੋਂ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਪੰਜਾਬ ਦੇ ਪਹਿਲੇ ਸਮਿਆਂ ਵਿੱਚ ਜੰਡ ਦੇ ਰੁੱਖ ਦੀ ਭਰਮਾਰ ਸੀ। ਹੁਣ ਇਹਦਾ ਕੁਝ ਇਤਿਹਾਸਿਕ ਮਹੱਤਵ ਵੀ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨਾਲ ਸੰਬੰਧਿਤ ਗੁਰਦੁਆਰਾ ਜੰਡ ਸਾਹਿਬ ਤਲਵੰਡੀ ਸਾਹਿਬ ਵਿਖੇ ਆ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਿਹਾ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆਪਣਾ ਘੋੜਾ ਬੰਨਿਆ ਸੀ। ਜਦੋਂ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਗੁਰੂ ਗੋਬਿੰਦ ਸਿੰਘ ਜੀ ਕੁਝ ਸਮਾਂ ਲਈ ਜੰਡ ਥੱਲੇ ਰੈਸਟ ਕਰ ਰਹੇ ਸਨ, ਤਾਂ ਉਹਨਾਂ ਨੇ ਆਪਣਾ ਜਿਹੜਾ ਘੋੜਾ ਸੀਗਾ ਇੱਥੇ ਬੰਨਿਆ ਸੀ, ਅਤੇ ਜਿਹੜਾ ਇੱਥੇ ਗੁਰਦੁਆਰੇ ਦਾ ਨਾਮ ਵੀ ਜੰਡ ਸਾਹਿਬ ਪੈ ਗਿਆ। ਹੁਣ ਕੁਝ ਹੋਰ ਵੀ ਜੰਡ ਬਾਰੇ, ਜਿਵੇਂ ਮਿਰਜ਼ਾ ਸਾਹਿਬਾ ਦੀ ਕਹਾਣੀ ਵੀ ਇਹਦੇ ਨਾਲ ਜੁੜੀ ਹੋਈ ਆ, ਵੀ ਜਿਹੜਾ ਮਿਰਜ਼ਾ ਸੀ ਸਾਹਿਬਾ ਦੇ ਭਰਾਵਾਂ ਨੇ ਮਿਰਜ਼ੇ ਦਾ ਕਤਲ ਵੀ ਜੰਡ ਥੱਲੇ ਕੀਤਾ ਸੀ। ਕੁਝ ਹੋਰ ਵੀ ਇਹਦੀ ਮਹੱਤਤਾ ਇਹ ਆ ਕਿ ਜੰਡ ਦੇ ਜਿਹੜੇ ਫੁੱਲ ਨੇ ਅਤੇ ਸੱਕ ਨੇ, ਫਲੀਆਂ ਨੇ। ਸੱਕ ਕੀ ਹੁੰਦਾ, ਜਿਹੜੀ ਉਹਦੇ ਉੱਪਰ ਥੋੜ੍ਹੀ ਛੋਟੀ ਛੋਟੀ ਚਮੜੀ ਜਿਹੀ ਹੁੰਦੀ, ਉਹਦੀ ਸਕਿਨ ਹੁੰਦੀ, ਉਹਨੂੰ ਸੱਕ ਬੋਲ ਦਿੱਤਾ ਜਾਂਦਾ। ਫਲੀਆਂ ਦੇ ਨਾਲ ਕਈ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਹਨ। ਬੱਕਰੀਆਂ ਅਤੇ ਭੇਡਾਂ ਵੀ ਜੰਡ ਦੇ ਪੱਤਿਆਂ ਅਤੇ ਫਲੀਆਂ ਨੂੰ ਖਾ ਕੇ ਬਹੁਤ ਖੁਸ਼ ਹੁੰਦੇ ਹਨ। ਜੰਡ ਦੀ ਜਿਹੜੀ ਲੱਕੜ ਹੈ ਬਾਲਣ ਦੇ ਕੰਮ ਆਉਂਦੀ ਹੈ। ਇਸ ਦੇ ਨਾਲ ਲੱਕੜ ਹੁੰਦੀ ਇਹਦੀ ਗੱਡੀ ਦੇ ਪਹੀਏ ਬਣਾਏ ਜਾਂਦੇ ਹਨ, ਖੇਤੀਬਾੜੀ ਦੇ ਸੰਦ ਬਣਾਏ ਜਾਂਦੇ ਹਨ, ਅਤੇ ਘਰ ਬਣਾਉਣ ਦੇ ਸਮੇਂ ਵੀ ਕੰਮ ਆਉਂਦੀ ਹੈ। ਜੰਡ ਦਾ ਰੁੱਖ ਜਦੋਂ ਬਹੁਤ ਪੁਰਾਣਾ ਹੋ ਜਾਂਦਾ ਹੈ ਨਾ, ਤਾਂ ਉਸ ਦੇ ਅੰਦਰ ਖੋਲ ਪੈ ਜਾਂਦੀ ਹੈ, ਅਤੇ ਉਹ ਜਿਹੜਾ ਖੋਲ ਹੈ ਉਹਦੇ ਵਿੱਚ ਖੁੱਡ ਬਣਾ ਕੇ ਸੱਪ ਰਹਿੰਦੇ ਹਨ। ਹੁਣ ਪੰਜਾਬ ਦੀ ਜਿਹੜੀ ਜ਼ਮੀਨ ਹੈ ਨਾ, ਉਹ ਲਗਭਗ ਬਹੁਤ ਹੀ ਉਪਜਾਊ ਹੋ ਚੁੱਕੀ ਹੈ, ਜਿਹਦੇ ਕਰਕੇ ਹੁਣ ਜੰਡ ਦਾ ਰੁੱਖ ਬਹੁਤ ਘੱਟ ਮਿਲਦਾ ਹੈ। ਹੁਣ ਪੰਜਾਬ ਦੀ ਸਾਰੀ ਜ਼ਮੀਨ ਨਿੱਜੀ ਮਲਕੀ ਦੇ ਅਧੀਨ ਹੈ, ਅਤੇ ਘਰਾਂ ਦੇ ਘਰ ਬਣਨ ਨਾਲ ਕੋਈ ਜਗ੍ਹਾ ਵੀ ਨਹੀਂ ਬਚੀ ਜਿੱਥੇ ਇਹੋ ਜਿਹੇ ਰੁੱਖ ਵੱਧ ਫੁੱਲ ਸਕਣ। ਤਾਂ ਜ਼ਿਆਦਾਤਰ ਹੁਣ ਜਿਹੜੇ ਇਹ ਆਪਾਂ ਨੂੰ ਜੰਡ ਦਾ ਰੁੱਖ ਹੈ ਕਿੱਥੇ ਮਿਲਦਾ ਹੈਗਾ, ਜਾਂ ਤਾਂ ਸਰਕਾਰੀ ਜੰਗਲ ਜਾਂ ਸਰਕਾਰੀ ਜੋ ਜੰਗਲ ਬਣੇ ਹੋਏ ਉਹਨਾਂ ਵਿੱਚ ਮਿਲਦਾ ਹੈ ਨਾ। ਅਗਲਾ ਜਿਹੜਾ ਆਪਾਂ ਪੜ੍ਹਾਂਗੇ, ਜਿਹੜਾ ਹੁਣ ਜੰਡ ਦਾ ਰੁੱਖ ਹੈ ਹੁਣ ਆਪਾਂ ਨੂੰ ਲਗਭਗ ਅਲੋਪ ਹੋ ਚੁੱਕਿਆ, ਬਹੁਤ ਘੱਟ ਮਿਲਦਾ ਹੈ। ਅਗਲਾ ਆਪਾਂ ਪੜ੍ਹਨ ਜਾ ਰਹੇ ਹਾਂ ਗਹਿਣਾ ਜੀ। ਗਹਿਣੇ ਦਾ ਨਾਮ ਕੀ ਹੈ, ਜਿਹੜਾ ਸਾਹਮਣੇ ਦਿਖ ਰਿਹਾ ਸੱਗੀ ਫੁੱਲ, ਜੋ ਵਿੱਚ ਸੈਂਟਰ 'ਚ ਦਿੱਤਾ ਹੋਇਆ ਇਹਨੂੰ ਕਹਿੰਦੇ ਸੱਗੀ, ਅਤੇ ਜਿਹੜੇ ਸਾਈਡਾਂ 'ਤੇ ਛੋਟੇ ਛੋਟੇ ਬਣੇ ਹੋਏ ਉਹਨੂੰ ਬੋਲਦੇ ਆ ਫੁੱਲ। ਇਹ ਜਿਹੜਾ ਸੱਗੀ ਫੁੱਲ ਹੈ ਨਾ, ਇਹ ਔਰਤਾਂ ਦਾ ਗਹਿਣਾ ਹੈ। ਔਰਤਾਂ ਆਪਣੇ ਸਿਰ ਉੱਪਰ ਰੱਖ ਕੇ ਵਾਲਾਂ ਦੇ ਵਿੱਚ ਗੁੰਦਦੀਆਂ ਹਨ। ਇਸ ਨੂੰ ਚੌਂਕ ਵੀ ਕਹਿ ਦਿੱਤਾ ਜਾਂਦਾ ਹੈ, ਅਤੇ ਜ਼ਿਆਦਾਤਰ ਜਿਹੜਾ ਇਹ ਵਾਲਾ ਗਹਿਣਾ ਹੈ ਨਾ, ਲੋਕ ਲੇਡੀਜ਼ ਵਿਆਹ ਦੇ ਵਿੱਚ ਪਾਉਂਦੀਆਂ ਨੇ। ਸੱਗੀ ਜ਼ਿਆਦਾ ਫੁੱਲਾਂ ਨਾਲ ਪਾਈ ਜਾਂਦੀ ਹੈ। ਜ਼ਿਆਦਾਤਰ ਜਿਹੜੇ ਦੋਨੇ ਸਾਈਡਾਂ 'ਤੇ ਰੱਖੇ ਹੋਏ ਆ ਨਾ, ਇੱਕ ਸੈਂਟਰ 'ਚ ਵੱਡਾ ਗੋਲ ਹੈ ਅਤੇ ਸਾਈਡਾਂ 'ਤੇ ਛੋਟੇ ਛੋਟੇ ਆ, ਇਹਨਾਂ ਨੂੰ ਛੋਟੇ ਨੂੰ ਫੁੱਲ ਕਿਹਾ ਜਾਂਦਾ, ਸੈਂਟਰ ਵਾਲੇ ਨੂੰ ਸੱਗੀ ਕਿਹਾ ਜਾਂਦਾ। ਜ਼ਿਆਦਾਤਰ ਇਹ ਤਿੰਨੋਂ ਚੀਜ਼ਾਂ ਹੀ ਪਾ ਕੇ ਲੇਡੀਜ਼ ਖੁਸ਼ ਹੁੰਦੀਆਂ ਨੇ, ਫੁੱਲਾਂ ਦੇ ਨਾਲ ਪਾਉਂਦੀਆਂ ਨੇ, ਪਰ ਕਦੇ ਕਦੇ ਇਕੱਲੀ ਸੱਗੀ ਵੀ ਲੇਡੀਜ਼ ਪਾਉਣਾ ਚੰਗਾ ਸਮਝਦੀਆਂ ਹਨ। ਪਹਿਲੇ ਸਮੇਂ ਵਿੱਚ ਜਦੋਂ ਗਰੀਬ ਵਸੋਂ ਲੋਕਾਂ ਦੀ ਜਿਹੜੀ ਆਰਥਿਕ ਹਾਲਤ ਸੀ ਚੰਗੀ ਨਹੀਂ ਹੁੰਦੀ ਸੀ ਗਰੀਬੀ ਦੇ ਕਾਰਨ, ਤਾਂ ਜਿਹੜਾ ਲੋਕ ਨੇ ਇਹ ਸੱਗੀ ਫੁੱਲ ਨਹੀਂ ਪਾ ਸਕਦੇ ਸਨ। ਹੁਣ ਜਿਹੜੀ ਸੱਗੀ ਫੁੱਲ ਹੈ ਕਿਵੇਂ ਬਣੀ ਹੁੰਦੀ ਹੈ, ਸੱਗੀ ਦੀ ਜਿਹੜੀ ਸ਼ਕਲ ਹੁੰਦੀ ਹੈ ਨਾ, ਆਮ ਤੌਰ 'ਤੇ ਮੂਧੀ ਠੂਠੀ ਕਿਹਨੂੰ ਕਿਹਾ ਜਾਂਦਾ, ਜਿੱਦਾਂ ਨਾਰੀਅਲ ਦੇਖਿਆ ਨਾ ਤੁਸੀਂ, ਨਾਰੀਅਲ ਕੱਚਾ ਨਾਰੀਅਲ ਜਾਂ ਕੋਕੋਨਟ ਜਿਹੜਾ ਹੁੰਦਾ ਉਹਨੂੰ ਵਿੱਚੋਂ ਕੱਟ ਦਿੱਤਾ ਜਾਏ ਤਾਂ ਵਿੱਚੋਂ ਜਿਹੜੀ ਗਿਰੀ ਨਿਕਲਦੀ ਹੈ, ਅਗਰ ਉਹਨੂੰ ਕੱਟ ਦਿੱਤਾ ਜਾਏ ਤਾਂ ਕੌਲੀ ਦੀ ਸ਼ੇਪ ਕਰ ਲੈਂਦੀ, ਕੌਲੀ ਵਰਗੀ ਬਣ ਜਾਂਦੀ ਨਾ, ਉਹਨੂੰ ਪੰਜਾਬੀ ਦੇ ਵਿੱਚ ਕੀ ਕਿਹਾ ਦਿੱਤਾ ਜਾਂਦਾ, ਠੂਠੀ ਕਿਹਾ ਦਿੱਤਾ ਜਾਂਦਾ। ਮੂਧੀ ਮਤਲਬ ਉਲਟੀ ਪਈ ਹੋਈ ਠੂਠੀ ਵਰਗੀ ਇਹਦੀ ਜਿਹੜੀ ਹੁੰਦੀ ਹੈ ਸ਼ੇਪ ਹੁੰਦੀ, ਸ਼ਕਲ ਹੁੰਦੀ ਆ।
ਜਿਸ ਦੇ ਉੱਪਰ ਇੱਕ ਨਿੱਕੀ ਜਿਹੀ ਲੂੰਬੀ ਲੱਗੀ ਹੁੰਦੀ ਹੈ। ਲੂੰਬੀ ਕੀ ਹੁੰਦੀ ਹੈ? ਜਿਵੇਂ ਤੁਸੀਂ ਪਿਕਚਰ ਵਿੱਚ ਦੇਖ ਰਹੇ ਹੋ ਨਾ ਵੀ ਉੱਪਰ ਛੋਟੀ ਜਿਹੀ ਡੰਡੀ ਜਿਹੀ ਲੱਗੀ ਹੋਈ ਹੈ, ਇਹਨੂੰ ਲੂੰਬੀ ਕਹਿੰਦੇ ਆ। ਇਸ ਵਿੱਚ ਇੱਕ ਨਗ ਜੜਿਆ ਹੁੰਦਾ ਹੈ, ਜਿਵੇਂ ਪਿਕਚਰ 'ਚ ਦਿੱਤਾ ਹੋਇਆ। ਸੱਗੀ ਦਾ ਜਿਹੜਾ ਅੰਦਰਲਾ ਹਿੱਸਾ ਹੈ ਨਾ, ਉਹ ਚਾਂਦੀ ਦੀ ਧਾਤ ਨਾਲ ਬਣਿਆ ਹੁੰਦਾ ਹੈ। ਇਸ ਦੇ ਉੱਪਰਲੇ ਹਿੱਸੇ ਵਿੱਚ ਲਾਖ ਲਗਾ ਕੇ ਉੱਪਰੋਂ ਸੋਨੇ ਦੇ ਪੱਤਰੇ ਉੱਤੇ ਮੀਨਾਕਾਰੀ ਕੀਤੀ ਜਾਂਦੀ ਹੈ। ਹੁਣ ਇਹਦੇ ਵਿੱਚ ਲਾਖ ਲੱਗੀ ਹੁੰਦੀ ਹੈ ਅਤੇ ਸੋਨੇ ਦੀ ਪੱਤਰੀ ਚੜ੍ਹਾ ਕੇ ਉਹਦੇ ਉੱਤੇ ਮੀਨਾਕਾਰੀ ਮਤਲਬ ਡਿਜ਼ਾਈਨਿੰਗ ਕੀਤੀ ਗਈ ਹੁੰਦੀ ਹੈ। ਸੱਗੀ ਦੇ ਅੰਦਰਲੇ ਪਾਸੇ ਇੱਕ ਕੁੰਡੀ ਲੱਗੀ ਹੁੰਦੀ ਹੈ, ਅਤੇ ਜਿਹੜੀ ਉਹ ਕੁੰਡੀ ਹੁੰਦੀ ਉਹਦੇ ਵਿੱਚ ਪਰਾਂਦਾ ਪਾ ਕੇ ਨਾ ਮਿੱਡੀਆਂ ਰਾਹੀਂ ਉਹਨੂੰ ਗੁੰਦ ਦਿੱਤਾ ਜਾਂਦਾ ਹੈ। ਅਤੇ ਹੁਣ ਜਿਹੜੀ ਇਸ ਚੀਜ਼ ਸੱਗੀ ਦਾ ਰਿਵਾਜ ਬਹੁਤ ਹੀ ਘਟਦਾ ਜਾ ਰਿਹਾ ਹੈ। ਹੁਣ ਤਾਂ ਜਦੋਂ ਕੋਈ ਮਤਲਬ ਕਿ ਸੱਭਿਆਚਾਰਕ ਪ੍ਰੋਗਰਾਮ ਕੀਤੇ ਜਾਂਦੇ ਹਨ ਕਾਲਜ ਜਾਂ ਸਕੂਲ ਦੇ ਵਿੱਚ, ਕੁੜੀਆਂ ਗਿੱਧਾ ਪਾਉਂਦੀਆਂ ਹਨ ਤਾਂ ਉਦੋਂ ਹੀ ਪਾਉਂਦੀਆਂ ਹਨ ਇਹ ਸੱਗੀ ਫੁੱਲ। ਤਾਂ ਹੁਣ ਤਾਂ ਇੱਕ ਇਹ ਸੱਭਿਆਚਾਰਕ ਪ੍ਰੋਗਰਾਮ 'ਤੇ ਪਾਉਣ ਜੋਗਾ ਹੀ ਗਹਿਣਾ ਰਹਿ ਚੁੱਕਿਆ। ਪਹਿਲਾਂ ਤਾਂ ਇਹ ਲੇਡੀਜ਼ ਆਮ ਹੀ ਵਿਆਹਾਂ ਵਿੱਚ ਪਾਉਂਦੀਆਂ ਸਨ, ਅਤੇ ਇਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ। ਜਿਵੇਂ ਕਿ ਸਾਗ ਪਹਿਲਾਂ ਕਿਸ ਤਰੀਕੇ ਨਾਲ ਬਣਾਇਆ ਜਾ ਰਿਹਾ ਸੀ, ਉਹਦੀ ਬਣਤਰ ਬਿਲਕੁਲ ਅਲੋਪ ਹੁੰਦੀ ਜਾ ਰਹੀ। ਅੱਜ ਵੀ ਸਾਗ ਬਣਦਾ ਹੈ, ਪਰ ਪਹਿਲਾਂ ਵਾਲੇ ਤਰੀਕੇ ਨਾਲ ਨਹੀਂ ਬਣਾਇਆ ਜਾਂਦਾ। ਔਰ ਜੰਡ ਦਾ ਰੁੱਖ ਵੀ ਅਲੋਪ ਹੁੰਦਾ ਜਾ ਰਿਹਾ ਹੈ, ਔਰ ਸੱਗੀ ਦਾ ਗਹਿਣਾ ਵੀ ਲਗਭਗ ਅਲੋਪ ਹੀ ਹੁੰਦਾ ਜਾ ਰਿਹਾ ਹੈ। ਸੋ ਸਟੂਡੈਂਟਸ, ਇਹ ਜੋ ਚੈਪਟਰ ਹੈ ਤੁਹਾਡੀ ਬੁੱਕ ਦੇ ਵਿੱਚ ਦਿੱਤਾ ਗਿਆ ਹੈ, ਤੁਸੀਂ ਇਸ ਨੂੰ ਧਿਆਨਪੂਰਵਕ ਪੜ੍ਹਨਾ ਹੈ। ਔਰ ਪੜ੍ਹਨ ਤੋਂ ਬਾਅਦ ਇਹਦੇ ਵਿੱਚੋਂ ਤੁਸੀਂ ਕੋਈ ਸ਼ਾਰਟ ਕੁਐਸਚਨ 1 ਵਰਡ ਵਾਲੇ ਆਪਣੇ ਆਪ ਕੁਐਸਚਨ ਲਿਖਣੇ ਆ, ਪ੍ਰਸ਼ਨ ਲਿਖਣੇ ਆ, ਅਤੇ ਉਹਨਾਂ ਦੇ ਆਨਸਰ ਦੇਣੇ ਹਨ। ਕਾਪੀ 'ਤੇ ਲਿਖਣੇ ਹਨ, ਰਫ ਕਾਪੀ 'ਤੇ ਲਿਖਣੇ 10 ਕੁਐਸਚਨ ਖੁਦ ਬਣਾ ਕੇ, ਅਤੇ ਉਹਨਾਂ ਦੇ ਆਨਸਰ ਰਫ ਕਾਪੀ 'ਤੇ ਲਿਖਣੇ ਹਨ। ਬਾਕੀ ਜਿਹੜੇ ਦੇ ਕੁਐਸਚਨ ਨੇ ਉਹ ਆਪਾਂ ਕੱਲ੍ਹ ਕਰਾਂਗੇ।